ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਏਕ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਜੋ ਬੁਲਾਵਹਿ ਤਿਉ ਬੋਲਹਿ ਸੁਆਮੀ। ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਤੇਰੀ ਸ਼ਰਨ ਮੇਰੇ ਦੀਨ ਦਇਆਲਾ। ਸੁਖ ਸਾਗਰ ਮੇਰੇ ਗੁਰ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੇ। ਰਾਖਹੁ ਸਰਮ ਆਸਾੜੀ ਜੀਓ। ਸੋ ਕਹਾਉ ਤਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ। ਨੂਰ ਅਰਸਹੁ ਪੁਰਸਹੁ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ। ਮਾਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਮਣੇ ਸਾਹੋ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਤੇਰੇ ਸਾਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋ ਹੈ ਮਨ
ਹੋਇਆ ਰਤੀ ਰੰਗ ਨਿਹਾਰ ਸ਼ਬਦ ਸਵਾਰੀ ਸੋਹਣੀ ਫਿਰ ਰਾਵੇ ਗੁਣ ਨਾਲ ਕਾਮਣ ਕਾਮ ਨ ਆਵਈ ਕੋਟੀ ਅਵਗਣਿਆਰ ਨਾ ਸੁਖ ਪਈਐ ਸਹੁਰੈ ਝੂਠ ਜਦੀ ਵੇਕਾਰ ਆਵਣ ਵੰਜਣ ਡਾਖੜੋ ਛੋਟੀ ਕੰਤ ਵਿਸਾਰ ਫਿਰ ਸਾਲਾਹੀ ਆਪਣਾ ਸਖੀ ਸਹੇਲੀ ਨਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਚਬਰ ਤਖਤ ਛਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਵਾਲੀਏ ਦੋ ਜਹਾਂ ਹੱਥ ਪਲਕ ਦੇ ਰੱਖਿਅਕ ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ऐसे दीन दयाल पार उपकारी करना निधान कृपा दी खान सतगुरु पातशाह महाराज जी दी अपरिपार कृपा रहमत बख्शिश दा सदका श्री दशमेश पिता जी श्री कलगीधर जी पंथ वाली अमृत के दाते सतगुरु साहिब कमाल बादशाह दरवेश अरशां फरशां दे मालक नीले दे शाहे असवार देग तेग दे धनी मर्द अगमड़े धन धन साहिब सतगुरु श्री गुरु गोबिंद सिंह साहिब जी महाराज जी दे महान पावन पवित्र इतिहासक मुकद्दस मुबारक पाक अस्थान तख्त श्री केसगढ़ साहिब जी विखे हाजरियां भर रहे यात्रा करदियां साहिबां जी दी महान गुर संगत पंगत दा लाहा ले रहे गुरु सवारे गुरु पातशाह जी दी साजी नवाजी गुरु रूप गुरु खालसा गुरु संगत जीओ आप जी विभागे हो गुरु बख्शे होए उदम उपराले प्रेरणा द्वारा साहिबां जी के महान पावन अस्थान ते हाजरी भरन का सुभाग प्राप्त होया। सतगुरु पातशाह जी नूं नतमस्तक हुंदियां साहिबां जी के दर्शन परसन करके गुर संगत दीआं घड़ियां प्राप्त करदियां साहिबां जी की इलाही दरगाही अमृत बाणी नूं सरवण करके जीवन दीआं घड़ियां नूं समय नूं सवासां नूं सफलिया कीता है। साहिबां जी के महान पावन अस्थान ते लड़ीवार गुरु शब्द उपदेश गुरकी बाणी की विचार चल रही है। समुची मनुखता समूह मानवता की कल्याण करने वाला पावन उपदेश सतगुरु सच्चे पातशाह जी के मुख मंडल द्वारा पवित्र रसना तो उचार किया होया।
ਜੋ ਸਾਰਿਆਂ ਦੀ ਹੀ ਕਲਿਆਣ ਕਰਨ ਵਾਲਾ ਹੈ, ਜਿਸ ਦੀ ਵਿਚਾਰ ਕਰਨੀ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਤੌਫੀਕ ਬਖਸ਼ਣ, ਸੋਝੀ ਬਖਸ਼ਣ, ਜਿਸ ਕਰਕੇ ਗੁਰਮਤਿ ਆਸ਼ੇ ਅਨੁਸਾਰ, ਗੁਰਮਤਿ ਸਿਧਾਂਤ ਅਨੁਸਾਰ ਸਤਿਗੁਰੂ ਜੀ ਦੇ ਸ਼ਬਦ ਨੂੰ, ਗੁਰੂ ਕੀ ਬਾਣੀ ਨੂੰ ਵਿਚਾਰ ਸਕੀਏ। ਗੁਰੂ ਦੀ ਮੱਤ ਵਿੱਚ ਆਪਣੀ ਮੱਤ ਨਾਲ ਸ਼ਾਮਲ ਹੋਵੇ, ਗੁਰੂ ਦਾ ਸਿਧਾਂਤ ਜਿਉਂ ਦਾ ਤਿਉਂ ਪ੍ਰਗਟ ਹੋਵੇ। ਜੋ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਸ਼ਬਦ ਦਾ ਭਾਵ ਰੱਖਿਆ ਹੈ, ਉਹ ਭਾਵ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਆਪ ਸਾਨੂੰ ਬਖਸ਼ਿਸ਼ ਕਰਨ, ਸੋਝੀ ਕਰਵਾਉਣ, ਸਾਡੀ ਸਮਝ ਗੋਚਰਾ ਕਰਵਾਉਣ। ਇਹ ਸਤਿਗੁਰੂ ਪਾਤਸ਼ਾਹ ਜੀ ਦੀ ਅੱਗੇ ਅਰਦਾਸ ਬੇਨਤੀ ਤਰਲਾ ਜੋਦਰੀ ਹੈ, ਕਿਉਂਕਿ ਗੁਰੂ ਕੀ ਬਾਣੀ ਇੰਨੀ ਵਿਸ਼ਾਲ ਡੂੰਘੀ ਹੈ, ਅਗਾਧ ਹੈ, ਜਿਸ ਦੀ ਵਿਚਾਰਧਾਰਾ, ਜਿਸ ਦਾ ਫਲਸਫਾ, ਜਿਸ ਦਾ ਆਸ਼ਾ ਇੰਨਾ ਵਿਸ਼ਾਲ ਹੈ ਕਿ ਕਿਸੇ ਵੀ ਵਿਅਕਤੀ ਦੀ ਸੁਰਤ, ਸੋਚ, ਮੰਡਲ ਦੀ ਵਿਚਾਰ ਉੱਥੋਂ ਤੱਕ ਪਹੁੰਚ ਨਹੀਂ ਸਕਦੀ। ਹਾਂ, ਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਤੌਫੀਕ ਬਖਸ਼ਣ, ਸੋਝੀ ਬਖਸ਼ਣ, ਫਿਰ ਹੀ ਗੁਰੂ ਦੀ ਬਾਣੀ ਦੀ ਵਿਚਾਰ ਹੋ ਸਕਦੀ, ਗੁਰਮਤਿ ਦਾ ਆਸ਼ਾ ਸਾਡੀ ਸਮਝ ਵਿੱਚ ਪੈ ਸਕਦਾ। ਨਹੀਂ ਤਾਂ ਗੁਰੂ ਦੀ ਬਾਤ ਵਿੱਚ ਆਪਣੀ ਬਾਤ ਨੂੰ ਸ਼ਾਮਲ ਕਰ ਦੇਣਾ, ਘਸੋੜ ਦੇਣਾ, ਪਾ ਦੇਣਾ, ਇਹ ਕੋਈ ਬਹੁਤ ਹੀ ਔਖੀ ਗੱਲ ਨਹੀਂ ਹੈ। ਇਹ ਗੁਰੂ ਕਾਲ ਤੋਂ, ਗੁਰੂ ਪਾਤਸ਼ਾਹ ਦੇ ਸਮੇਂ ਤੋਂ ਹੀ ਐਸਾ ਹੋਣ ਲੱਗ ਪਿਆ ਸੀ। ਗੁਰਮਤਿ ਦਾ ਨਵਾਂ ਨਕੋਰ, ਸੱਚਾ ਤੇ ਸੁੱਚਾ ਆਸ਼ਾ ਜਿਉਂ ਦਾ ਤਿਉਂ ਪ੍ਰਗਟ ਹੋਵੇ, ਇਹ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਬੇਨਤੀ ਹੈ ਕਿ ਕੋਈ ਅੱਖਰ, ਕੋਈ ਵਿਚਾਰ ਐਸਾ ਕਦੀ ਪ੍ਰਗਟ ਨਾ ਹੋਵੇ ਜਿਹੜਾ ਮਨ ਦੀ ਮੱਤ ਨੂੰ ਪ੍ਰਗਟ ਕਰਦਾ ਹੋਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਵੇਂ ਇਸ ਪਾਵਨ ਉਪਦੇਸ਼ ਦੁਆਰਾ ਸਾਡੇ ਤੇ ਕਿਰਪਾ ਕਰ ਰਹੇ ਹਨ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਹੋਇਆਂ ਸਾਹਿਬਾਨ ਜੀ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਸਾਂਝ ਪਾਈਏ। ਸਾਰੇ ਗੁਰਮੰਤਰ ਦਾ ਜਾਪ ਕਰੀਏ, ਜਪੀਏ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਤਿਰਸਾ ਲਾਹੀ ਆਪਣਾ, ਸਖੀ ਸਹੇਲੀ ਨਾਲ। ਸਾਹਿਬ ਸਤਿਗੁਰੂ ਧੰਨ ਧੰਨ, ਧੰਨ ਸਤਿਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪਾਵਨ ਪਿਤਰ ਆਪਣੀ ਰਸਨਾ ਦੁਆਰਾ, ਮੁਖ ਮੰਡਲ ਦੁਆਰਾ ਉਪਦੇਸ਼ ਫਰਮਾ ਰਹੇ ਹਨ। ਪਹਿਲੀ ਪੰਕਤੀ ਦੇ ਅੰਦਰ ਹੀ ਸਾਨੂੰ ਤੌਫੀਕ, ਸੋਝੀ ਬਖਸ਼ਿਸ਼ ਕਰ ਰਹੇ ਹਨ
ਫਿਰ ਸਾਲਾਹੀ ਆਪਣਾ। ਬੰਦੇ ਜੇਕਰ ਜੀਵਨ ਕਾਲ ਦੇ ਵਿੱਚ ਕਿਸੇ ਦੀ ਸਿਫਤ ਕਰਨੀ, ਕਿਸੇ ਦੀ ਸਲਾਹਤਾ ਕਰਨੀ, ਵਡਿਆਈ ਕਰਨੀ ਹੈ ਤੇ ਉਹ ਕੌਣ ਹੈ? ਪਿਰ ਦਾ ਅਰਥ ਹੁੰਦਾ ਹੈ ਪਤੀ। ਸਮਾਜ ਅੰਦਰ, ਸੰਸਾਰ ਅੰਦਰ ਇੱਕ ਵਿਆਹੀ ਗਈ ਬੀਬੀ ਆਪਣੇ ਪਤੀ ਦੀ ਸਿਫਤ ਛੱਡ ਕੇ, ਉਹਦੇ ਗੁਣ ਚੰਗਿਆਈਆਂ ਛੱਡ ਕੇ ਕਿਸੇ ਗੁਆਂਢੀ ਦੀ ਤਾਰੀਫ ਕਰਦੀ ਹੋਵੇ ਕਿ ਉਹ ਬੜਾ ਚੰਗਾ ਹੈ, ਉਹ ਬੜਾ ਸੋਹਣਾ ਹੈ, ਉਹ ਬੜਾ ਨੇਕ ਹੈ, ਅਜਿਹੀ ਬੀਬੀ ਨੂੰ ਸਿਆਣੀ ਨਹੀਂ ਆਖਿਆ ਜਾ ਸਕਦਾ, ਦਾਨੀ ਨਹੀਂ ਆਖਿਆ ਜਾ ਸਕਦਾ, ਜਿਹੜੀ ਪਤੀ ਦੀ ਸਿਫਤ ਛੱਡ ਕਰਕੇ ਹੋਰਨਾਂ ਦੀ ਸਿਫਤ ਕਰਦੀ ਹੋਵੇ। ਉਹਦੇ ਵਾਸਤੇ ਸੁਹਾਗਣ ਸ਼ਬਦ ਵਰਤਣਾ ਵੀ ਸੁਹਾਗਣ ਸ਼ਬਦ ਦੀ ਤੋਹੀਨ ਹੈ, ਕਿਉਂਕਿ ਜਿਹੜੀ ਆਪਣੇ ਪਤੀ ਕਰਤਾ ਧਰਮ ਵਿੱਚ ਪਰਪੱਕ ਹੈ, ਉਹਦੇ ਵਾਸਤੇ ਆਪਣਾ ਪਤੀ ਹੀ ਸਭ ਕੁਝ ਹੈ। ਕਹੋ ਨਾਨਕ ਜਿਨ ਪ੍ਰਯੋਗ ਪਰਮੇਸ਼ਰ ਕਰ ਜਾਣਿਆ, ਧਨ ਸਤੀ ਦਰਗਹਿ ਪਰਵਾਨਿਆ। ਜਿਸ ਬੀਬੀ ਨੇ ਆਪਣੇ ਪਤੀ ਨੂੰ ਪਰਮੇਸ਼ਰ ਸਰੂਪ ਕਰਕੇ ਜਾਣਿਆ, ਸਾਹਿਬ ਕਹਿੰਦੀ ਉਹ ਸਤੀ ਧਨਤਾ ਦੇ ਯੋਗ ਹੈ। ਪਰਮਾਤਮਾ ਦੇ ਦਰ ਘਰ ਵਿੱਚ ਪ੍ਰਵਾਨ ਚੜ੍ਹਦੀ ਹੈ। ਸੀਲ ਸੰਤੋਖ ਪ੍ਰੇ ਆਗਿਆ ਮਾਨੈ, ਤਿਸ ਨਾਰੀ ਕੋ ਦੁਖ ਨਾ ਜਮਾਨੈ। ਜਮਾਨੈ ਦਾ ਅਰਥ ਹੈ ਜਮ। ਜੋ ਸੀਲ ਸੰਤੋਖ ਸਬਰ ਰੱਖਣ ਵਾਲੀ, ਪਿਰ ਵਿੱਚ ਭਾਵਨਾ ਰੱਖਣ ਵਾਲੀ, ਪਤੀ ਪਿਆਰ ਵਿੱਚ ਭਿੱਜੀ ਰਹਿੰਦੀ ਹੈ। ਸੀਲ ਸੰਤੋਖ ਪ੍ਰੇ ਆਗਿਆ ਮਾਨੇ, ਪ੍ਰੇ ਪਤੀ ਦੀ ਆਗਿਆ ਦਾ ਮੰਨਣ ਕਰਦੀ ਹੈ। ਇਸ ਨਾਰੀ ਕੋ ਉਸ ਇਸਤਰੀ ਨੂੰ ਜਮਾਂ ਦਾ ਦੁੱਖ ਨਹੀਂ ਵਿਆਪਦਾ। ਪਤੀ ਵਰਤਾ ਧਰਮ ਵਿੱਚ ਪਰਪੱਕ ਰਹਿਣ ਵਾਲੀਆਂ ਵੀ ਮਹਾਨ ਇਸਤਰੀਆਂ ਹੋ ਗੁਜ਼ਰੀਆਂ ਹਨ, ਜਿਨ੍ਹਾਂ ਦੀਆਂ ਉਦਾਹਰਨਾਂ ਸੰਸਾਰ ਦੇ ਵਿੱਚ ਦਿੱਤੀਆਂ ਜਾਂਦੀਆਂ ਹਨ। ਬੀਬੀ ਰਜਨੀ ਦੀ ਉਦਾਹਰਨ ਦਿੱਤੀ ਜਾਂਦੀ ਹੈ, ਜਿਸ ਦਾ ਪਤੀ ਰਾਏ ਗੁਰਬਖਸ਼ ਕੋੜੀ ਹੈ ਤੇ ਬਾਪ ਨੇ ਕੋੜੀ ਦੇ ਨਾਲ ਵਿਆਹ ਦਿੱਤੀ ਸੀ, ਪਰ ਉਸਨੇ ਕਦੀ ਮਨ ਵਿੱਚ ਕਦੀ ਸੰਕਲਪ ਕਦੀ ਕੋਲਾ ਨਹੀਂ ਸੀ ਕੀਤਾ ਕਿ ਇਹ ਮੇਰੇ ਮੇਜ ਦਾ ਨਹੀਂ, ਮੇਰੇ ਹਾਨ ਦਾ ਨਹੀਂ ਹੈ, ਤਾਂ ਕੁਸ਼ਤੀ ਹੈ, ਕੋੜੀ ਹੈ, ਰੋਗੀ ਹੈ, ਬਿਮਾਰ ਹੈ, ਪਰ ਉਹਨੇ ਆਪਣਾ ਪਤੀ ਕਰਤਾ ਧਰਮ ਨਿਭਾਇਆ। ਇਸ ਤਰ੍ਹਾਂ ਹੋਰ ਵੀ ਐਸੀਆਂ ਬੀਬੀਆਂ ਦੀਆਂ ਉਦਾਹਰਨਾਂ ਹਨ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਸਾਰੀ ਬਾਣੀ ਉਸ ਆਸ਼ੇ ਦੀ ਉਚਾਰਨ ਕੀਤੀ ਹੈ, ਜਦੋਂ ਜੀਵ ਆਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਪਤਨੀ ਦੇ ਸਰੂਪ ਵਿੱਚ ਬੇਨਤੀਆਂ ਕਰਦਾ ਹੈ। ਸੰਸਾਰ ਦੇ ਅੰਦਰ ਭਾਵੇਂ ਕਿ ਕੋਈ ਮਰਦ ਹੈ, ਕੋਈ ਇਸਤਰੀ ਹੈ, ਪਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਾਸਤੇ, ਸਤਿਗੁਰੂ ਜੀ ਦੇ ਵਾਸਤੇ ਜੋ ਸਾਹਿਬਾਂ ਦਾ ਪਾਵਨ ਬਚਨ ਹੈ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਪੁਰਖ ਮਰਦ ਪਤੀ ਕੇਵਲ ਤੇ ਕੇਵਲ ਇੱਕੋ ਇੱਕ ਵਾਹਿਦ ਹਸਤੀ ਅਕਾਲ ਪੁਰਖ ਪਰਮੇਸ਼ਰ ਹੈ। ਬਾਕੀ ਜਿੰਨੀਆਂ ਵੀ ਸਾਰੀਆਂ ਹਨ, ਭਾਵੇਂ ਉਹ ਮਰਦ ਰੂਪ ਵਿੱਚ ਹੋਣ, ਭਾਵੇਂ ਇਸਤਰੀ ਰੂਪ ਵਿੱਚ, ਉਹ ਸਾਰੀਆਂ ਪਰਮੇਸ਼ਰ ਦੀਆਂ ਇਸਤਰੀਆਂ ਹੀ ਹਨ। ਜਾਮਾ ਭਾਵੇਂ ਮਰਦ ਵਾਲਾ ਹੋਵੇ, ਪਰ ਹੈ ਉਹ ਵੀ ਇਸਤਰੀ ਹੈ, ਕਿਉਂਕਿ ਜਿਹੜੀ ਜੀਵ ਆਤਮਾ ਹੈ ਉਹ ਮਰਦ ਇਸਤਰੀ ਨਹੀਂ ਹੈ। ਭਾਵੇਂ ਕਿ ਉਹ ਜੀਵ ਆਤਮਾ ਜਦੋਂ ਕਿਸੇ ਨੂੰ ਦਿਸਦੀ ਹੈ, ਤੇ ਜੇਕਰ ਇਸਤਰੀ ਜਾਮਾ ਹੋਵੇ ਉਹ ਇਸਤਰੀ ਜਾਮੇ ਵਿੱਚ ਪ੍ਰਤੀਤ ਹੁੰਦੀ ਹੈ, ਮਰਦ ਦਾ ਜਾਮਾ ਹੋਵੇ ਤੇ ਮਰਦ ਦੇ ਰੂਪ ਵਿੱਚ ਹੀ ਕਿਸੇ ਨੂੰ ਨਜ਼ਰ ਆਉਂਦੀ ਹੈ। ਪਰ ਜੋ ਪਰਮਾਤਮਾ ਵਾਹਿਗੁਰੂ ਜੀ ਦੀ ਅੰਸ਼ ਹੈ, ਉਸੇ ਦਾ ਹੀ ਇੱਕ ਛੋਟਾ ਜਿਹਾ ਤਿਨਕਾ ਮਾਤਰ ਉਸਦਾ ਹਿੱਸਾ ਹੈ, ਜਿਸ ਨੂੰ ਬਾਣੀ ਨੇ ਆਖਿਆ, ਕਹੋ ਕਬੀਰ ਹੋ ਰਾਮ ਕੀ ਅੰਸ, ਜਸ ਕਾਗਜ਼ ਪਰ ਮਿਟੇ ਨਾ ਬੰਸ। ਸੋ ਬਾਣੀ ਵਿੱਚ ਕਿਤੇ ਨਹੀਂ ਦੱਸਿਆ ਸਾਹਿਬਾਂ ਨੇ ਕਿ ਉਹ ਜੀਵ ਆਤਮਾ ਇਸਤਰੀ ਜਾਂ ਮਰਦ ਰੂਪ ਹੈ, ਸਗੋਂ ਇਸਤਰੀ ਬਣਨ ਵਾਸਤੇ ਵਾਰ-ਵਾਰ ਪ੍ਰੇਰਨਾ ਹੈ ਕਿ ਜੀਵ ਆਤਮਾ ਜਦੋਂ ਪਰਮਾਤਮਾ ਨੂੰ ਆਪਣਾ ਪਤੀ ਮੰਨਦਾ ਹੈ, ਆਪਣੇ ਆਪ ਨੂੰ ਇਸਤਰੀ ਸਮਝਦਾ ਹੈ, ਤਾਂ ਉਹ ਮਿਲਾਪ ਸਦੀਵੀ ਹੈ। ਜਿਵੇਂ ਇੱਕ ਔਰਤ, ਇੱਕ ਇਸਤਰੀ ਆਪਣੇ ਮਰਦ, ਆਪਣੇ ਪਤੀ ਅੱਗੇ ਆਪਣਾ ਆਪ ਸਮਰਪਿਤ ਕਰਦੀ ਹੈ,
ਇਸੇ ਤਰ੍ਹਾਂ ਹੀ ਭਾਵੇਂ ਕੋਈ ਇਸਤਰੀ ਭਾਵੇਂ ਕੋਈ ਮਰਦ ਹੋਵੇ, ਜਦੋਂ ਆਪਣੇ ਅਕਾਲ ਪੁਰਖ ਪਰਮੇਸ਼ਰ ਅੱਗੇ ਆਪਣਾ ਸਭ ਕੁਝ ਉਹਦੇ ਅੱਗੇ ਉਹਦੇ ਸਮਕਸ਼ ਅਰਪਣ ਕਰ ਦਿੰਦਾ ਹੈ, ਤਾਂ ਪਤੀ ਪਤਨੀ ਵਾਲਾ ਇਹ ਰਿਸ਼ਤਾ ਸਹਿਬ ਕਹਿੰਦੇ ਫਿਰ ਸਮਰਪਿਤ ਭਾਵ ਦਾ ਰਿਸ਼ਤਾ ਹੈ। ਸੋ ਪਾਵਨ ਬਾਣੀ ਦੇ ਅੰਦਰ ਥਾਵਾਂ ਥਾਵਾਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਰਿਸ਼ਤੇ ਦਾ ਜ਼ਿਕਰ ਕੀਤਾ ਹੈ। ਸੋ ਇਹ ਰਿਸ਼ਤਾ ਹੈ ਹੀ ਸਮਰਪਿਤ ਭਾਵ ਦਾ ਹੈ, ਜਦੋਂ ਪਤਨੀ ਪਤੀ ਨੂੰ ਸਮਰਪਿਤ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਉਪਦੇਸ਼ ਦੇ ਅੰਦਰ ਪਹਿਲਾ ਸ਼ਬਦ ਹੀ ਵਰਤਿਆ ਹੈ ਪਿਰ। ਪਿਰ ਦਾ ਅਰਥ ਹੁੰਦਾ ਪਤੀ, ਖਸਮ, ਸਾਈਂ। ਸਾਲਾਹੀ ਦਾ ਅਰਥ ਹੁੰਦਾ ਸਲਾਹੁਣਾ, ਸਿਫਤ ਕਰਨੀ, ਵਡਿਆਈ ਕਰਨੀ। ਕਿਸ ਦੀ? ਆਪਣਾ, ਆਪਣੇ ਪਤੀ ਦੀ। ਤੇ ਆਪਣਾ ਪਤੀ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ। ਸਿਫਤਾਂ ਕਰਨੀਆਂ, ਵਡਿਆਈ ਕਰਨੀ, ਕੀਰਤੀ ਕਰਨੀ ਬੜੀ ਜ਼ਰੂਰੀ ਹੈ, ਪਰ ਸਿਫਤਾਂ ਨੂੰ, ਵਡਿਆਈ ਦੇ ਗੁਣਾਂ ਨੂੰ ਗਿਣਨ ਬੈਠ ਜਾਣਾ ਬੜੀ ਵੱਡੀ ਭੁੱਲ ਹੈ। ਗਿਣਤੀ ਮਿਣਤੀ ਦੇ ਚੱਕਰ ਵਿੱਚ ਨਾ ਪਾਇਆ ਕਰਕੇ ਸਗੋਂ ਸਿਫਤ ਸਲਾਹ ਵਡਿਆਈ ਕਰਨੀ ਹੈ। ਜਪਜੀ ਸਾਹਿਬ ਦੇ ਅੰਦਰ ਹੀ ਇਹੀ ਬਚਨ ਲਿਖਿਆ ਹੈ, ਸਲਾਹੀ ਵਾਲਾ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਦੇ ਪਾਵਨ ਡੱਬੀ ਬੋਲ, ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ। ਸਲਾਉਣ ਵਾਲੇ ਸਲਾਉਂਦੇ, ਵਡਿਆਈ ਕਰਨ ਵਾਲੇ, ਸਿਫਤ ਕਰਨ ਵਾਲੇ ਸਿਫਤ ਕਰਦੇ ਹਨ, ਪਰ ਏਤੀ ਸੁਰਤ ਨਾ ਪਾਈਆ। ਇੰਨੀ ਕੁ ਸੁਰਤ ਗਿਆਤ ਉਹਨਾਂ ਨਹੀਂ ਪਾਈ ਕਿ ਉਹਦਾ ਥਾਂ ਪਾ ਸਕਣ, ਉਹਦਾ ਅੰਤ ਲੈ ਸਕਣ। ਨਦੀਆਂ ਅਤੈ ਵਾਹ ਪਵਹਿ ਸਮੁੰਦਰ ਨਾ ਜਾਣੀ। ਉਦਾਹਰਨ ਦਿੱਤੀ ਜਿਵੇਂ ਨਦੀਆਂ ਤੇ ਵਾਹ ਹੁੰਦੇ, ਵਾੜੇ ਨਾਲੇ, ਪਵਹਿ ਪੈ ਜਾਂਦੇ ਸਮੁੰਦਰ ਵਿੱਚ, ਤੇ ਫਿਰ ਉਹਨਾਂ ਦੀ ਆਪਣੀ ਵੱਖਰੀ ਹੋਂਦ ਹਸਤੀ ਵੱਜਦੀ ਹੀ ਨਹੀਂ, ਉਹ ਸਮੁੰਦਰ ਦਾ ਹੀ ਰੂਪ ਹੋ ਜਾਂਦੇ। ਨਦੀਆਂ ਅਤੇ ਵਾਹ ਪਵਹਿ ਸਮੁੰਦਰ ਨਾ ਜਾਣੀਐ। ਸਮੁੰਦ ਸਾਹਾ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਣੀ, ਜੇ ਤਿਸ ਮਨ ਹੋ ਨਾ ਵਿਸਰੈ। ਦੂਸਰੇ ਪਾਸੇ ਨਾਲ ਹੀ ਕਹਿ ਦਿੱਤਾ ਹੈ, ਗਿਰਹਾ ਸੇਤੀ ਮਾਲ ਧਨ। ਗਿਰਹ ਹੁੰਦੇ ਪਹਾੜ, ਪਹਾੜਾਂ ਦੀ ਨਿਆਈ, ਮਾਲ ਧਨ ਦੇ ਵੱਡੇ ਵੱਡੇ ਢੇਰ ਲੱਗੇ ਹੋਣ। ਬਾਦਸ਼ਾਹ ਕਿਉਂ ਨਾ ਹੋਵੇ, ਜੇਕਰ ਪਰਮਾਤਮਾ ਦੀ ਸਿਫਤ ਸਲਾਹ ਤੋਂ ਟੁੱਟਾ ਹੈ ਤਾਂ ਉਹ ਕੀੜੀ ਜਿਹੜੀ ਬੰਦਗੀ ਕਰਦੀ ਸਿਮਰਨ ਕਰਦੀ, ਉਸ ਕੀੜੀ ਦੇ ਬਰਾਬਰ ਵੀ ਉਹ ਪਹੁੰਚ ਨਹੀਂ ਸਕਦਾ। ਸੋ ਉਸ ਕੀੜੀ ਦੀ ਵੀ ਇੰਨੀ ਭਾਰੀ ਵਡਿਆਈ ਹੈ ਜਿਸ ਦੇ ਕੋਲ ਪਰਮਾਤਮਾ ਦਾ ਨਾਮ ਹੈ। ਸੋ ਨਾਮ ਦੀ ਸਿਫਤ ਸਲਾਹ ਕੌਣ ਕਰਦਾ ਹੈ? ਰਹਿਰਾ ਸਾਹਿਬ ਜੀ ਦੇ ਅੰਦਰ ਅਸੀਂ ਭਗਤ ਪੜ੍ਹਦੇ ਹਾਂ, ਤੇਰੇ ਭਗਤ ਸਲਾਹਨ ਤੁਧ ਜੀ। ਜਿਹੜੇ ਤੇਰੇ ਪਿਆਰੇ ਭਗਤ ਤੈਨੂੰ ਸਲਾਹੁੰਦੇ ਹਨ, ਤੇਰੀ ਵਡਿਆਈ, ਤੇਰੀ ਸਿਫਤ ਸਲਾਹ ਕਰਦੇ ਹਨ। ਤੇ ਸਾਹਿਬ ਫਰਮਾ ਰਹੇ ਨੇ, ਫਿਰ ਸਲਾਹੀ ਆਪਣਾ, ਆਪਣੇ ਪਤੀ ਨੂੰ ਸਲਾਹੀ ਸਲਾਹੁਣਾ ਕਰਦੀ ਹੈ। ਕੌਣ? ਗੁਰਮੁਖ ਸਖੀ ਸਹੇਲੀ। ਗੁਰਮੁਖ ਜੀਵਾਤਮਾ ਸਖੀ ਸਹੇਲੀ ਨਾਲ। ਸੋ ਸਖੀ ਕਹਿੰਦੇ ਨੇ ਸਖੀਆਂ ਨੂੰ। ਜਿਵੇਂ ਮਰਦ ਆਪਣੇ ਦੋਸਤ ਯਾਰ ਮਿੱਤਰ ਬਣਾਉਂਦਾ ਹੈ, ਔਰਤਾਂ ਦੀਆਂ ਵੀ ਇਸੇ ਤਰ੍ਹਾਂ ਸਖੀਆਂ ਸਹੇਲੀਆਂ ਹੁੰਦੀਆਂ ਹਨ। ਸਾਹਿਬਾਂ ਦਾ ਬਚਨ ਹੈ, ਸਖੀ ਹੋ ਸਹੇਲੜੀ ਹੋ, ਮੇਰਾ ਪਿਰ ਬਨ ਜਾਰਾ ਰਾਮ। ਪਿਰ ਪਤੀ ਪਰਮਾਤਮਾ ਮੇਰਾ ਵਪਾਰੀ ਹੈ, ਗੁਣਾਂ ਦਾ ਵਪਾਰੀ ਹੈ, ਗੁਣਾਂ ਵਾਲੀਆਂ ਨੂੰ ਵਰ ਲੈਂਦਾ ਹੈ। ਸੋ ਸਾਹਿਬ ਫਰਮਾ ਰਹੇ ਨੇ, ਸਖੀਆਂ ਉਹ ਸਖੀ ਸਹੇਲੀ ਦੇ ਨਾਲ ਮਿਲ ਕੇ ਜੋ ਮਹਾਤਮਾ ਰੂਪੀ ਸਖੀ ਹੈ, ਉਹੀ ਅਸਲ ਵਿੱਚ ਸਹੇਲੀ ਹੈ। ਇਹ ਜੀਵ ਆਤਮਾ ਸਹੇਲੀ ਮਹਾਤਮਾ ਰੂਪੀ ਸਖੀ ਦੇ ਨਾਲ ਮਿਲ ਕਰਕੇ ਫਿਰ ਸਲਾਹੀ ਆਪਣਾ, ਆਪਣੇ ਪਤੀ ਪਰਮਾਤਮਾ ਨੂੰ ਜਿਹੜੀ ਸਲਾਹੁਣਾ ਕਰਦੀ, ਵਡਿਆਈ ਕਰਦੀ ਹੈ। ਧਨ ਸੋਹੈ ਮਨ ਮੋਹਿਆ, ਰਤੀ ਰੰਗ ਨਿਹਾਲ। ਇਸ ਅਤੀ ਭਗਤੀ ਦੇ ਦੋ ਤਿੰਨ ਅਰਥ ਹਨ। ਪਹਿਲਾ ਭਾਵ ਹੈ ਤਨ ਸੋਹੈ ਮਨ ਮੋਹਿਆ। ਵਾਹਿਗੁਰੂ ਦਾ ਜਿਹੜਾ ਤਨ ਸਰੀਰ ਹੈ ਨਾ, ਸਾਹਿਬ ਕਹਿੰਦੇ ਬੜਾ ਸੋਹੈ, ਸ਼ੋਭਨੀਕ ਸੋਹਦਾ ਹੈ। ਬਾਣੀ ਵਿੱਚ ਉਸ ਸਰੀਰ ਦਾ ਜ਼ਿਕਰ ਕੀਤਾ ਹੈ। ਲੰਮਾ ਨੱਕ, ਜਿਹੜਾ ਸੋਹਣੇ ਵਾਲ, ਬੜੇ ਸੁੰਦਰ ਵਾਲ ਹਨ। ਕੇਸਾਂ ਦਾ ਵੀ ਜ਼ਿਕਰ ਕੀਤਾ ਵਾਰ-ਵਾਰ। ਜਿਹੜਾ ਲੰਬੜੇ ਵਾਲਾ, ਲੰਬੇ ਵਾਲਾਂ ਵਾਲਾ ਪਰਮੇਸ਼ਰ ਹੈ। ਨਿਰਹਾਰੀ ਕੇਸ ਬਦੈ ਲਹਿਰਾ, ਸੋਹਣੇ ਸੁੰਦਰ ਲੰਬੇ ਲੰਬੇ ਕੇਸਾਂ ਵਾਲਾ ਹੈ, ਨਿਰਹਾਰ ਰਹਿਣ ਵਾਲਾ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰੀਤਮ ਮੋਹਨਾ
ਬਹੁਤ ਹੀ ਭਾਰੀ ਮਨ ਨੂੰ ਮੋਹ ਲੈਣ ਵਾਲਾ, ਅਤ ਸੋਹਣਾ, ਅਤੀ ਸੋਹਣਾ, ਸੁੰਦਰ, ਖੂਬਸੂਰਤ ਹੈ। ਸਾਹਿਬ ਕਹਿੰਦੇ ਤਨ ਸੋ ਹੈ ਸੋਹਣੇ ਖੂਬਸੂਰਤ ਸਰੀਰ ਵਾਲਾ ਹੈ। ਮਨ ਮੋਹਿਆ, ਉਹਦੇ ਵਿੱਚ ਮਨ ਮੋਹਿਆ ਗਿਆ ਜਦੋਂ ਦਾ ਦਿਦਾਰ ਹੋ ਗਿਆ। ਦੂਜਾ ਭਾਵ ਇਹਦਾ ਹੈ ਤਨ ਸੋਹੇ, ਉਸ ਗੁਰਮੁਖ ਜੀਵ ਇਸਤਰੀ ਦਾ ਆਪਣਾ ਤਨ ਸਰੀਰ ਜਿਹੜਾ ਸੋਹਣਾ ਬਣ ਜਾਂਦਾ ਹੈ। ਸਹੀ ਸੁੰਦਰ ਸੋਹਣੇ ਸਾਧ ਸੰਗਤ ਜਿਨ ਬਹਿਣੇ, ਜਿਹੜੇ ਸਾਧ ਸੰਗਤ 'ਚ ਬੈਠ ਜਾਂਦੇ, ਨਾਮ ਜਪਦੇ, ਸਿਮਰਨ ਕਰਦੇ, ਸਾਹਿਬ ਕਹਿੰਦੇ ਉਹ ਸ਼ੋਭਨੇਕ ਹੁੰਦੇ, ਸੋਹਣੇ ਬਣ ਜਾਂਦੇ ਹਨ। ਉਹਨਾਂ ਗੁਰਮੁਖ ਜੀਵ ਰੂਪ ਇਸਤਰੀਆਂ ਦਾ ਮਨ ਮੋਹਿਆ, ਵਾਹਿਗੁਰੂ ਪਰਮੇਸ਼ਰ ਦੇ ਪਿਆਰ ਦੇ ਵਿੱਚ ਉਹਨਾਂ ਦਾ ਮਨ ਮੋਹਿਆ ਜਾਂਦਾ ਹੈ। ਰੱਤੀ ਦਾ ਅਰਥ ਹੁੰਦਾ ਰੰਗੀ ਗਈ, ਪਿਆਰ ਦੇ ਰੰਗ ਵਿੱਚ ਜਿਹੜੀ ਰੰਗੀ ਗਈ ਨਾ, ਫਿਰ ਨਿਹਾਲ ਹੋ ਗਈ। ਅਕਾਲ ਪੁਰਖ ਵਾਹਿਗੁਰੂ ਦੀ ਨਦਰੇ ਵੇਲ ਕਿਰਪਾ ਦੀ ਪਾਤਰ ਬਣ ਗਈ। ਇਹੋ ਜਿਹੀਆਂ ਗੁਰਮੁਖ ਜੀਵ ਰੂਪ ਸਖੀਆਂ ਜਿਹੜੀਆਂ ਹਨ, ਉਹਨਾਂ ਦਾ ਤਨ ਸੋਹੈ, ਮਨ ਮੋਹਿਆ। ਪਰਮਾਤਮਾ ਦੀ ਬੰਦਗੀ ਕਰਕੇ, ਪਤੀ ਪਰਮਾਤਮਾ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਉਹ ਸੋਹਣਾ ਸਰੂਪ ਧਾਰਨ ਕਰ ਲੈਂਦੀਆਂ ਨੇ। ਅਵਗੁਣਾਂ ਦਾ ਤਿਆਗ ਕਰਕੇ ਸ਼ੁਭ ਗੁਣਾਂ ਦੀਆਂ ਧਾਰਨੀ ਹੋ ਜਾਂਦੀਆਂ ਹਨ, ਜਿਸ ਕਰਕੇ ਸ਼ੁਭ ਗੁਣਾਂ ਦੁਆਰਾ ਉਹਨਾਂ ਦਾ ਸਰੀਰ ਸੁਹੱਪਨ ਬੜਾ ਸੁੰਦਰਤਾ ਵਾਲਾ ਬਣ ਜਾਂਦਾ। ਉਹਨਾਂ ਦਾ ਮਨ ਪਿਆਰੇ ਦੀ ਯਾਦ 'ਚ ਹਮੇਸ਼ਾ ਲੀਨ ਰਹਿੰਦਾ ਹੈ, ਲੁਭਾਏਮਾਨ ਹੋ ਜਾਂਦੀਆਂ ਹਨ। ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰ ਰੰਗ ਵਿੱਚ ਰੰਗੀਆਂ ਹੋਈਆਂ ਫਿਰ ਸਹਿਜ ਕਿਲੇ ਦੇ ਹਾਲ ਹੋ ਜਾਂਦੀਆਂ। ਪਰਮਾਤਮਾ ਉਹਨਾਂ ਨੂੰ ਨਿਹਾਲ ਕਰ ਦਿੰਦਾ ਹੈ। ਸਬਦ ਸਵਾਰੀ ਸੋਹਣੀ ਫਿਰ ਰਾਵੇ ਗੁਣਦਾਨ। ਕਿਹੜੀਆਂ ਸੋਹਣੀਆਂ ਬਣਦੀਆਂ ਨੇ, ਭਾਵੇਂ ਕਿ ਔਰਤ ਦੇ 16 ਸ਼ਿੰਗਾਰਾਂ ਦਾ ਬਾਣੀ 'ਚ ਸਾਹਿਬਾਂ ਨੇ ਥਾਵਾਂ ਥਾਵਾਂ ਤੇ ਜ਼ਿਕਰ ਕੀਤਾ। ਬਾਹਰੀ ਤੌਰ ਤੇ ਸ਼ਿੰਗਾਰ ਨਹੀਂ, ਸਗੋਂ ਸ਼ਬਦ ਸਵਾਰੀ ਜਿਹੜੀ ਗੁਰਮੁਖ ਜੀਵ ਇਸਤਰੀ ਸ਼ਬਦ ਦੇ ਦੁਆਰਾ ਸਵਾਰੀ ਕਰੀ। ਸਵਾਰੀ ਦਾ ਅਰਥ ਕੀ ਹੈ? ਜੀਵਨ ਜਿਸ ਨੇ ਸਵਾਰ ਲਿਆ, ਸਵਰ ਗਿਆ, ਸੋਹਣਾ ਬਣਾ ਲਿਆ। ਗੁਰੂ ਦੇ ਸ਼ਬਦ ਦੀ ਉਪਦੇਸ਼ ਦੀ ਕਮਾਈ ਕਰਦਿਆਂ, ਸਿੱਖਿਆ ਦੀ ਕਮਾਈ ਕਰਦਿਆਂ ਹੋਇਆ ਜਿਨ੍ਹਾਂ ਨੇ ਜੀਵਨ ਸਵਾਰ ਲਿਆ, ਉਹ ਸੋਹਣੀ ਹੈ, ਉਹ ਗੁਰਮੁਖ ਜੀਵ ਇਸਤਰੀ ਸੁੰਦਰ ਹੈ। ਫਿਰ ਰਾਵੇ ਗੁਣ ਨਾਲ, ਫਿਰ ਦਾ ਅਰਥ ਹੈ ਪਤੀ, ਰਾਵੇ ਦਾ ਅਰਥ ਹੈ ਮਾਣਦੀ ਹੈ। ਗੁਣ ਜਿਹੜਾ ਗੁਣਾਂ ਦਾ ਧਾਰਨੀ ਹੈ, ਜਿਸ ਵਿੱਚ ਆਪਣੇ ਗੁਣ ਹਨ, ਉਹ ਗੁਰਮੁਖ ਜੀਵ ਇਸਤਰੀ। ਉਹ ਆਪਣੇ ਪਤੀ ਪਰਮਾਤਮਾ ਨੂੰ ਆਪਣੇ ਨਾਲ ਹੀ ਮੰਨਣਾ ਕਰਦੀ। ਜਦੋਂ ਗੁਣਾਂ ਦੀ ਧਾਰਨੀ ਹੋ ਕਰਕੇ, ਸ਼ੁਭ ਗੁਣ, ਦੈਵੀ ਗੁਣ ਧਾਰਨ ਕਰਕੇ, ਫਿਰ ਪਰਮਾਤਮਾ ਨੂੰ ਨਾਲ ਦਾ ਅਰਥ ਹੈ ਬਿਲਕੁਲ ਪਾਸ ਵੇਖ ਲੈਂਦੀ ਹੈ ਤੇ ਸਮਝ ਲੈਂਦੀ। ਦੂਰ ਨਾਹੀ ਮੇਰੋ ਪ੍ਰਭ ਪਿਆਰਾ, ਮੇਰੇ ਪਾਸ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬੈਠਾ ਹੈ। ਦੋ ਕਾਲਨ ਪਰਨਾਸੀ ਦੇ ਆਲਮ ਸਰੂਪੇ, ਸਦਾ ਅੰਗ ਸੰਗਿਆ ਭੰਗਮ ਪੈ ਪੂਤੇ। ਸੋ ਐਸਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਫਿਰ ਨਾਲ ਤੱਕਦੀ ਹੈ। ਉਸਦੇ ਪਿਆਰ ਦੇ ਰੰਗ ਨੂੰ ਰਾਵੇ ਮੰਨਣਾ ਕਰਦੀ ਹੈ। ਪਿਆਰ ਨਾਲ ਉਸਦੇ ਗੁਣਾਂ ਨੂੰ ਰਾਵੇ ਦਾ ਅਰਥ ਉਚਾਰਨ ਕਰਨਾ ਵੀ ਹੁੰਦਾ ਹੈ। ਪਰ ਇੱਥੇ ਰਾਵੇ ਤੋਂ ਭਾਵ ਹੈ ਉਸ ਪਰਮਾਤਮਾ ਦੇ ਮਹਾਨ ਸਰੂਪ ਨੂੰ ਮੰਨਣਾ ਕਰਦੀ ਹੈ। ਉਸ ਦੀ ਬਖਸ਼ੀ ਹੋਈ ਦਾਤ ਨੂੰ ਭੋਗਦੀ ਹੈ, ਉਹਦੇ ਰੰਗ ਵਿੱਚ ਲੀਨ ਹੁੰਦੀ ਹੈ। ਕਾਮਣ ਕਾਮ ਨ ਆਵਈ ਕੋਟੀ ਅਵਗਿਆਨ। ਤੇ ਕਾਮਨ ਦਾ ਅਰਥ ਹੈ ਇਸਤਰੀ। ਉਹ ਇਸਤਰੀ ਕਾਮ ਨਾ ਆਵੇ, ਕਿਸੇ ਤਰ੍ਹਾਂ ਪਰਮਾਤਮਾ ਦੇ ਮਾਲਕ ਦੇ ਪਤੀ ਦੇ ਕੰਮ ਨਹੀਂ ਆਉਂਦੀ। ਕਿਹੜੀ? ਜਿਹੜੀ ਕੋਟੀ ਹੈ ਤੇ ਅਵਗੁਣਿਆਰ। ਅਵਗੁਣਿਆਰ ਦਾ ਅਰਥ ਹੈ ਜਿਹੜੀ ਔਗਣਾ ਗੁਨਾਹਾਂ ਐਬਾਂ ਦੇ ਨਾਲ ਭਰੀ ਹੋਈ ਹੈ, ਦੋਸ਼ਾਂ ਦੇ ਨਾਲ ਜਿਹਦਾ ਸਾਰਾ ਜੀਵਨ ਹੀ ਭਰਿਆ ਹੈ, ਗੁਨਾਹਾਂ ਨਾਲ ਭਰੀ ਹੈ। ਜੀਵਨ ਦਾਗੀ ਜਿਸ ਨੇ ਬਣਾ ਲਿਆ, ਉਹ ਪਤੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਕਿਸੇ ਕੰਮ ਨਹੀਂ ਆਉਂਦੀ। ਭਾਵ ਭਗਤੀ ਤੇ ਬੰਦਗੀ ਦੇ ਕੰਮ ਨੂੰ ਨਹੀਂ ਕਰ ਸਕਦੀ, ਧਰਮ ਤੇ ਨੇਕੀ ਦਾ ਕਾਰਜ ਨਹੀਂ ਕਰ ਸਕਦੀ। ਉਹ ਫਿਰ ਪਰਮਾਤਮਾ ਦੇ, ਉਹ ਫਿਰ ਪਤੀ ਦੇ ਕਿਸੇ ਕੰਮ ਨਹੀਂ ਆਉਂਦੀ ਹੈ। ਨਾ ਸੁਖ ਪਈਐ ਸਹੁਰੈ ਝੂਠ ਚਲੀ ਗਏ ਕਾਲ। ਕੀ ਅਜਿਹੀ ਇਸਤਰੀ ਨੂੰ ਕਿਤੇ ਸੁੱਖ ਪ੍ਰਾਪਤ ਹੋ ਸਕਦਾ? ਸਾਹਿਬ ਕਹਿੰਦੇ ਨਹੀਂ। ਸਮਾਜ ਦੇ ਵਿੱਚ ਹੀ ਵੇਖ ਲਓ, ਜਿਹੜੀ ਇਸਤਰੀ ਪਤੀ ਦੀ ਆਗਿਆ ਤੋਂ ਬਾਹਰ ਹੈ, ਔਗੁਣਿਆਰ ਹੈ, ਗੁਨਾਹਾਂ ਨਾਲ ਜਿਸ ਦਾ ਜੀਵਨ ਭਰਿਆ ਹੈ, ਉਹ ਪਤੀ ਦੀ ਖੁਸ਼ੀ ਨਹੀਂ ਲੈ ਸਕਦੀ। ਨਾ ਪੇਕੇ ਘਰ ਵਿੱਚ ਤੇ ਨਾ ਸਹੁਰੇ ਘਰ ਵਿੱਚ ਉਸ ਨੂੰ ਸੁੱਖ ਮਿਲ ਸਕਦਾ ਹੈ। ਇਸੇ ਤਰ੍ਹਾਂ ਹੀ ਪੇਕੇ ਘਰ ਹੈ ਆਲੋਕ ਤੇ ਸਹੁਰਾ ਘਰ ਹੈ ਪਰਲੋਕ।
ਤੇ ਸਾਹਿਬ ਕਹਿ ਰਹੇ ਨੇ ਨਾ ਸੁਖ ਪਈਏ ਪੇਕਾ ਘਰ। ਆ ਲੋਕ ਨਾ ਉਸ ਜੀਵ ਇਸਤਰੀ ਨੂੰ ਐਸ ਲੋਕ ਵਿੱਚ ਸੁਖ ਮਿਲਦਾ ਹੈ, ਸਹੁਰੇ ਦਾ ਅਰਥ ਹੈ ਪਰਲੋਕ ਘਰ, ਨਾ ਉਸ ਨੂੰ ਪਰਲੋਕ ਵਿੱਚ ਹੀ ਕਿਤੇ ਸੁਖ ਮਿਲਦਾ ਹੈ। ਝੂਠ ਜਲੀ ਵਿਕਾਰ, ਝੂਠ ਦੇ ਨਾਲ ਜੀਵਨ ਭਰਿਆ ਹੈ, ਜੋ ਝੂਠਾਂ ਦੇ ਨਾਲ ਭਰੇ ਹੋਈ ਜਲੀ ਦਾ ਅਰਥ ਹੈ ਵਿਕਾਰਾਂ ਦੇ ਵਿੱਚ, ਜਲੀ ਦਾ ਅਰਥ ਹੈ ਸੜਦੀ ਹੈ। ਵਿਕਾਰ ਕਹਿੰਦੇ ਵਿਕਾਰਾਂ ਨੂੰ, ਉਹਦਾ ਜੀਵਨ ਹੀ ਵਿਕਾਰ ਨਿਸਫਲ ਤੇ ਵਿਅਰਥ ਹੈ। ਔਗੁਣਾ ਗੁਨਾਹਾਂ ਦੇ ਨਾਲ ਭਰੀ ਹੋਈ ਵਿਕਾਰਾਂ ਵਿੱਚ ਸੜਦੀ ਰਹਿੰਦੀ ਹੈ। ਨਾ ਐਸ ਲੋਕ ਵਿੱਚ ਤੇ ਨਾ ਪਰਲੋਕ ਵਿੱਚ ਉਸ ਨੂੰ ਕਿਤੇ ਸੁਖ ਪ੍ਰਾਪਤ ਹੁੰਦਾ ਹੈ। ਆਵਣ ਵੰਜਨ ਡਾਖੜੋ ਛੋਟੀ ਕੰਤ ਵਿਸਾਰ। ਇਹੋ ਜਿਹੀ ਜਿਹੜੀ ਜੀਵ ਇਸਤਰੀ ਹੈ ਨਾ, ਆਮਨ ਜਨਮ ਲੈ ਕੇ ਸੰਸਾਰ ਤੇ ਆਉਂਦੀ ਹੈ ਤੇ ਵੰਜਨ ਦਾ ਅਰਥ ਹੁੰਦਾ ਚਲੀ ਜਾਂਦੀ, ਮਰ ਕੇ ਸਰੀਰ ਛੱਡ ਕੇ ਚਲੀ ਜਾਂਦੀ ਹੈ। ਡਾਖੜੋ ਮੁਲਤਾਨ ਦੇ ਇਲਾਕੇ ਦੀ ਬੋਲੀ ਹੈ, ਜਿਸ ਦਾ ਅੱਖਰੀ ਅਰਥ ਹੁੰਦਾ ਕਠਨ ਤੇ ਭਾਵ ਅਰਥ ਹੁੰਦਾ ਦੁਖਦਾਈ। ਇਹੋ ਜਿਹੀ ਜੀਵ ਇਸਤਰੀ ਜਿਹੜੀ ਕਠਨ ਤੇ ਦੁਖਦਾਈ ਦੁੱਖਾਂ ਨੂੰ ਭੋਗਦੀ ਹੋਈ ਸੰਸਾਰ ਤੋਂ ਕੂਚ ਕਰ ਜਾਂਦੀ ਹੈ, ਜਨਮ ਲੈ ਕਰਕੇ ਆਉਂਦੀ ਹੈ। ਐਸ ਮਾਤ ਲੋਕ ਦੀ ਧਰਤੀ ਤੇ ਦੁਖੀ ਰਹਿੰਦੀ, ਪਰੇਸ਼ਾਨ ਰਹਿੰਦੀ ਹੈ ਤੇ ਅਖੀਰ ਡਾਖੜੋ ਦੁਖਦਾਈ ਹੋ ਕੇ ਦੁੱਖ ਦੇਣ ਵਾਲੇ ਭਿਆਨਕ ਔਗੁਣਾਂ ਨੂੰ ਕਰਦੀ ਹੈ ਤੇ ਜਿਸ ਕਰਕੇ ਪੱਲੇ ਦੁੱਖ ਪੈਂਦਾ ਹੈ। ਤੇ ਡਾਖੜੋ ਬੜੇ ਕਠਨ ਦੁੱਖਾਂ ਰੋਗਾਂ ਨੂੰ ਭੋਗਦੀ ਹੋਈ ਵੰਜਨ ਅਖੀਰ ਇੱਕ ਨਾ ਇੱਕ ਦਿਨ ਸੰਸਾਰ ਤੋਂ ਤੁਰ ਜਾਂਦੀ ਹੈ। ਛੋਟੀ ਕੰਤ ਵਿਸਾਰ, ਕੰਤ ਕਹਿੰਦੇ ਪਤੀ ਪਰਮਾਤਮਾ ਨੇ ਉਸ ਨੂੰ ਛੋਟੀ ਛੱਡ ਦਿੱਤਾ, ਵਸਾਰ ਹੀ ਦਿੱਤਾ। ਵਸਾਰ ਕਹਿੰਦੇ ਭੁਲਾ ਦੇਣ ਨੂੰ, ਪਰਮਾਤਮਾ ਨੇ ਉਸ ਨੂੰ ਭੁਲਾ ਕਰਕੇ ਛੱਡ ਦਿੱਤਾ ਹੈ। ਪਰਮਾਤਮਾ ਦੇ ਧਿਆਨ ਵਿੱਚ ਉਹ ਕਦੇ ਵੀ ਆਉਂਦੀ ਨਹੀਂ ਹੈ। ਫਿਰ ਕੀ ਨਾ ਸੁਹਾਵਣੀ ਮੁਕਤੀ ਸੋ ਕਿਤ ਸਾਧ। ਇੱਥੇ ਪਹਿਲੇ ਜੀਵਨ ਦਾ ਕੁਝ ਜ਼ਿਕਰ ਕੀਤਾ ਹੈ ਪੰਜਵੇਂ ਪੰਦ ਅੰਦਰ, ਕਿ ਪਹਿਲਾਂ ਉਹ ਜੀਵ ਰੂਪ ਇਸਤਰੀ ਚੰਗੇ ਮਾਰਗ ਦੀ ਧਾਰਨੀ ਸੀ, ਚੰਗਾ ਰਾਹ ਕਿਸੇ ਸਮੇਂ ਉਸਨੇ ਬਣਾਇਆ ਸੀ, ਪਰ ਹੁਣ ਆ ਕਰਕੇ ਔਗੁਣਾਂ ਦਾ ਵਿਕਾਰਾਂ ਦਾ ਜਾਲ ਪੈ ਗਿਆ। ਫਿਰ ਕੀ ਨਾਲ ਸੁਹਾਵਣੀ, ਫਿਰ ਪਤੀ ਪਰਮਾਤਮਾ ਦੀ ਨਾਲ ਇਸਤਰੀ ਹੈ ਤਾਂ ਬੜੀ ਸੁਹਾਵਣੀ ਸ਼ੋਭਨੀਕ ਸੁੰਦਰ ਸੀ, ਚੰਗੀ ਸੀ, ਪਰ ਕਹਿੰਦੇ ਔਗੁਣਾਂ ਵਿੱਚ ਮੋਹੀ ਗਈ। ਮੁੱਤੀ ਸੋ ਕਿਤ ਸਾਧ, ਮੁੱਤੀ ਦਾ ਅੱਖਰੀ ਅਰਥ ਲੁੱਟੀ ਵੀ ਹੁੰਦਾ ਤੇ ਮੁੱਤੀ ਦਾ ਅਰਥ ਛੁੱਟਣ ਵੀ ਹੁੰਦਾ ਹੈ, ਤਿਆਗੀ ਵੀ ਹੁੰਦਾ ਹੈ। ਤਿਆਗ ਦੇਣ ਵਾਲੀ ਨੂੰ ਵੀ ਮੁੱਤੀ ਕਹਿੰਦੇ ਹਨ। ਪਾਵਨ ਬਾਣੀ ਦੇ ਅੰਦਰ ਝੂਠ ਵਿਗੁੱਤੇ ਅਵਗੁਣ ਮੁੱਤੀ, ਸੋ ਧਨ ਫਿਰ ਕਿਉਂ ਪਾਏ। ਜਿਹੜੀ ਔਗੁਣਾਂ ਦੇ ਵਿੱਚ ਹੀ ਖੱਜਲ ਖੁਆਰ ਹੁੰਦੀ, ਫਸ ਗਈ ਝੂਠ ਵਿੱਚ, ਸਾਹਿਬ ਕਹਿੰਦੇ ਪਰਮਾਤਮਾ ਵੱਲੋਂ ਫਿਰ ਛੁੱਟਣ ਹੋ ਜਾਂਦੀ ਹੈ। ਮੁੱਤੀ ਦਾ ਅਰਥ ਹੈ ਛੁੱਟਣ, ਤਿਆਗੀ ਹੋਈ, ਔਗੁਣਾਂ ਨਾਲ ਭਰੀ ਹੋਈ। ਸੋ ਕਿਤ ਸਾਧ, ਸੋ ਉਹ ਜੀਵ ਇਸਤਰੀ ਕਿਤ ਕਿਹੜੇ ਹੋਰ ਨਾ ਸਵਾਦਾਂ ਵਿੱਚ ਫਸ ਚੁੱਕੀ ਹੈ, ਔਗੁਣਾਂ ਦੇ ਵਿਕਾਰਾਂ ਦੇ ਰਸਾਂ ਵਿੱਚ ਉਹ ਫਸ ਚੁੱਕੀ ਹੈ ਤਾਂ ਪਤੀ ਦੀ ਬੜੀ ਸੁਹਾਵਣੀ ਸ਼ੋਭਨੀਕ ਸੁੰਦਰ ਇਸਤਰੀ ਸੀ, ਪਰ ਛੁੱਟਣ ਹੋ ਕਰਕੇ ਹੋਰ ਨਾ ਔਗੁਣਾਂ ਵਿਕਾਰਾਂ ਵਾਲੇ ਸਵਾਦਾਂ ਵਿੱਚ ਫਸ ਗਈ ਹੈ, ਲੀਨ ਹੋ ਗਈ ਹੈ। ਫਿਰ ਕੈ ਕਾਮ ਨ ਆਵਈ ਬੋਲੇ ਫਾਦਿਲ ਬਾਦ। ਤੇ ਜਿਹੜੀ ਇਹੋ ਜਿਹੀ ਜੀਵ ਇਸਤਰੀ ਪਹਿਲਾਂ ਪਤੀ ਵਾਸਤੇ ਬੜੀ ਚੰਗੀ ਸੀ, ਸੁੰਦਰ ਸੀ, ਪਰ ਹੁਣ ਛੁੱਟਣ ਹੋ ਗਈ ਹੈ। ਪਤੀ ਨੇ ਤਿਆਗ ਦਿੱਤੀ, ਫਿਰ ਕੈ ਕਾਮ ਨ ਆਵੀ, ਪਤੀ ਪਰਮਾਤਮਾ ਦੇ ਕਿਸੇ ਕੰਮ ਨਹੀਂ ਆਉਂਦੀ। ਉਹ ਜੋ ਕੁਝ ਵੀ ਬੋਲਦੀ ਨਾ, ਸਾਹਿਬ ਨੇ ਬੋਲੇ ਫਾਦਲ, ਫਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਹੈ ਨਿਸਬਤ ਤੇ ਵਿਅਰਥ, ਫਜ਼ੂਲ ਬੋਲਣਾ, ਝੱਖਾਂ ਮਾਰਨੀਆਂ। ਬੋਲੇ ਫਾਦਲ ਬਾਦ, ਬਾਦ ਦਾ ਅਰਥ ਹੈ ਝਗੜੇ ਵਾਲੇ, ਫਾਦਲ ਕਹਿੰਦੇ ਨੇ ਫਜ਼ੂਲ। ਉਹ ਗੱਲਾਂ ਕਰਦੀ ਬੋਲਦੀ ਜਿਹੜੇ ਝਗੜਾ ਪੈਦਾ ਕਰਨ ਵਾਲੇ ਤੇ ਜਿਨ੍ਹਾਂ ਦਾ ਮਤਲਬ ਹੀ ਕੋਈ ਨਹੀਂ, ਅਸਰ ਹੀ ਕੋਈ ਨਹੀਂ ਹੈ, ਭਾਵ ਅਰਥ ਹੀ ਕੋਈ ਨਹੀਂ ਬਣਦਾ। ਇਹੋ ਜਿਹੇ ਨਿਸਬਤ ਤੇ ਵਿਅਰਥ ਆਪਣੇ ਮੂੰਹ ਤੋਂ ਬਕਵਾਸ ਵਾਲੇ ਬੋਲਦੀ ਹੈ, ਪਤੀ ਪਰਮਾਤਮਾ ਦੇ ਕੰਮ ਨਹੀਂ ਆਉਂਦੇ। ਘਰ ਘਰ ਝੋਈ ਨਾਲ ਹੈ ਛੂਟੀ ਦੂਜੈ ਸਾਧ। ਤੇ ਕੀ ਇਹੋ ਜਿਹੀ ਇਸਤਰੀ ਨੂੰ ਕਿਤੇ ਢੋਈ ਥਾਂ ਜਗ੍ਹਾ ਆਸਰਾ ਪਨਾਹ ਪ੍ਰਾਪਤ ਹੋ ਸਕਦੀ ਹੈ? ਸਾਹਿਬ ਦੇ ਭਾਈ ਬਿਲਕੁਲ ਨਹੀਂ। ਪਿੱਛੇ ਵੀ ਬਚਨ ਆਇਆ ਸੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ, ਉੱਥੇ ਵੀ ਸਾਹਿਬਾਂ ਨੇ ਅੱਧੀ ਪੰਕਤੀ ਇਹੀ ਉਚਾਰਨ ਕੀਤੀ ਸੀ, ਦਾਰ ਘਰ ਢੋਈ ਨਾ ਲਹੈ।
ਦਰ ਗਏ ਝੂਠ ਖੁਆਰ। ਇਹੋ ਜਿਹੀ ਝੂਠੀ ਰੱਬ ਦੀ ਦਰਗਾਹ ਵਿੱਚ ਖੁਆਰ ਖੱਜਲ ਹੁੰਦੀ ਹੈ। ਪਰਮਾਤਮਾ ਦੇ ਦਰ ਘਰ ਵਿੱਚ ਕਿਤੇ ਟਿਕਾਣਾ, ਕਿਤੇ ਥਾਂ, ਆਸਰਾ ਪਣਾ ਉਸ ਨੂੰ ਨਹੀਂ ਮਿਲਦੀ। ਸੋ ਢੋਈ ਤਿਸ ਹੀ ਨੋ ਮਿਲੈ, ਜਿਨ ਪੂਰਾ ਗੁਰੂ ਲੱਭਾ। ਜਿਹਨੂੰ ਪੂਰਨ ਸਤਿਗੁਰੂ ਪ੍ਰਾਪਤ ਹੋ ਗਏ, ਸਾਹਿਬ ਕਹਿੰਦੇ ਮਾਲਕ ਦੇ ਘਰ ਚ ਢੋਈ ਉਹਨਾਂ ਨੂੰ ਪ੍ਰਾਪਤ ਹੁੰਦੀ, ਉਹਨਾਂ ਨੂੰ ਜਗ੍ਹਾ ਮਿਲਦੀ, ਥਾਂ ਮਿਲਦੀ ਹੈ। ਢੋਈ ਦਾ ਅਰਥ ਵਿਦਵਾਨ ਵਿਲਾਪ ਵੀ ਕਰਦੇ ਹਨ। ਦਰ ਕਰ ਢੋਈ ਨਾ ਮਿਲੇ, ਨਾ ਉਹਨੂੰ ਐਸ ਲੋਕ ਵਿੱਚ ਤੇ ਨਾ ਪਰਲੋਕ ਵਿੱਚ। ਰੱਬ ਦੇ ਦਰ ਘਰ ਚ, ਦਰ ਦਾ ਅਰਥ ਹੁੰਦਾ ਦਰਵਾਜ਼ਾ, ਸਾਧ ਸੰਗਤ ਰੂਪੀ ਦਰਵਾਜ਼ਾ ਤੇ ਪ੍ਰਮਾਤਮਾ ਦੇ ਘਰ ਵਿੱਚ ਉਹਨੂੰ ਕਿਤੇ ਥਾਂ ਨਹੀਂ ਮਿਲਦੀ, ਮਿਲਾਪ ਵੀ ਨਹੀਂ ਹੁੰਦਾ। ਸੋ ਇਹੋ ਜਿਹੀ ਜੀਵ ਰੂਪ ਇਸਤਰੀ ਜਿਹੜੀ ਸਾਹਿਬ ਕਹਿੰਦੇ ਫਿਰ ਛੁੱਟੀ ਦੂਜੇ ਸਾਧ। ਛੁੱਟੀ ਦਾ ਅਰਥ ਹੈ ਛੁੱਟਣ ਹੋਈ ਹੈ। ਦੂਜੇ ਦਵੈਤ ਭਾਵ ਵਾਲੇ ਸਾਧ ਕਹਿੰਦੇ ਸਵਾਦਾਂ ਨੂੰ, ਜਿਹਨੂੰ ਬਾਣੀ 'ਚ ਥਾਵਾਂ ਥਾਵਾਂ ਤੇ ਸਾਹਿਬਾਂ ਨੇ ਵਰਣਨ ਕੀਤਾ ਹੈ। ਉਹਨਾਂ ਦੇ ਨਾਮ ਲਿਖੇ ਨੇ ਸ਼ਬਦ, ਸਪਰਸ਼, ਰਸ, ਰੂਪ ਤੇ ਗੰਧ। ਇਹਨਾਂ ਰਸਾਂ ਕਸਾਂ ਸਵਾਦਾਂ ਵਿੱਚ, ਜ਼ੁਬਾਨ ਦੇ ਰਸਾਂ ਵਿੱਚ, ਚਮੜੀ ਦੇ ਰਸਾਂ ਵਿੱਚ ਸਾਹਿਬ ਕਹਿੰਦੇ ਉਹ ਛੁੱਟਣ ਹੋ ਗਈ ਹੈ। ਪਰਮਾਤਮਾ ਦਾ ਦਰ ਘਰ ਛੱਡ ਬੈਠੀ ਹੈ। ਪੰਡਤ ਬਾਟੈ ਮੋਤੀਆ ਨਾ ਦੂਜੈ ਵਿਚਾਰ। ਸੋ ਪੰਡਤ ਕਹਿੰਦੇ ਨੇ ਵਿਦਵਾਨ ਨੂੰ। ਬਾਣੀ ਨੇ ਪੰਡਤ ਦੀ ਵਿਆਖਿਆ ਆਪਣੇ ਢੰਗ ਨਾਲ ਕੀਤੀ ਹੈ। ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ, ਰਾਮ ਨਾਮ ਸਾਰ ਰਸ ਪੀਵੇ, ਉਸ ਪੰਡਤ ਕਾ ਉਪਦੇਸ਼ ਜਗ ਜੀਵੈ। ਹਰ ਕੀ ਕਥਾ ਹਿਰਦੈ ਬਸਾਵੇ, ਸੋ ਪੰਡਤ ਫਿਰ ਜੋੜ ਨਾ ਆਵੇ। ਵੇਦ ਪੁਰਾਣ ਸਿਮਰਤ ਬੁਝੈ ਮੂਲ, ਸੂਖਮ ਨਾ ਜਾਣਿਆ ਸਥੂਲ। ਇਹੋ ਜੀ ਭਾਵਨਾ ਵਾਲਾ, ਇਹੋ ਜੀ ਵਿਚਾਰ ਵਾਲਾ ਉਹ ਗੁਰਮਤਿ ਅਨੁਸਾਰ ਪੰਡਤ ਹੈ। ਸੋ ਪੜਿਆ ਸੋ ਪੰਡਤ ਵੀਨਾ, ਜਿਸ ਰਾਮ ਨਾਮ ਗਲ ਹਾਰ। ਵਾਹਿਗੁਰੂ ਦੇ ਨਾਮ ਦਾ ਹਾਰ ਜੀ ਦੇ ਗਲ ਵਿੱਚ। ਇੱਥੇ ਪੰਡਤ ਦਾ ਅਰਥ ਹੈ ਪੰਡਾਪਤੀ ਵਾਲਾ, ਜਿਹਨੇ ਗ੍ਰੰਥਾਂ ਨੂੰ ਪੜਿਆ, ਘੋਟਾ ਲਾਇਆ ਹੈ। ਵਾਚੇ ਦਾ ਅਰਥ ਹੁੰਦਾ ਵਾਚਨਾ, ਉਹਨਾਂ ਦਾ ਨਿਰਣਾ ਕਰਨਾ, ਵੇਖਣਾ, ਵਿਚਾਰ ਕਰਨੀ। ਪੋਥੀਆਂ ਕਹਿੰਦੇ ਧਾਰਮਿਕ ਗ੍ਰੰਥਾਂ ਨੂੰ। ਗ੍ਰੰਥਾਂ ਨੂੰ, ਧਾਰਮਿਕ ਪੋਥੀਆਂ ਨੂੰ ਵਾਚਦਾ ਵੀ ਹੈ। ਪੜ੍ਹ ਕਰਕੇ ਵਾਚਦਾ, ਵਿਚਾਰਦਾ, ਵੇਖਦਾ, ਨਿਰਣਾ ਕਰਦਾ, ਪਰ ਨਾ ਬੁੱਝੇ ਵਿਚਾਰ, ਉਹਨਾਂ ਦੀ ਵਿਚਾਰਧਾਰਾ ਕੀ ਹੈ, ਉਹਨਾਂ ਦੀ ਸਿੱਖਿਆ ਕੀ ਹੈ, ਇਸ ਗੱਲ ਨੂੰ ਨਾ ਬੁੱਝੇ, ਨਹੀਂ ਸਮਝਦਾ, ਨਹੀਂ ਮੰਨਣਾ ਕਰਦਾ। ਆਨ ਕੋ ਮਤੀ ਦੇ ਚਲੈ, ਮਾਇਆ ਕਾ ਵਾਪਾਰ। ਇਹੋ ਜਿਹੇ ਪੰਡਾ ਬੁੱਧੀ ਵਾਲੇ ਪੰਡਤ ਲੋਕ, ਅਨ ਹੁੰਦਾ ਹੋਰ, ਕੌ ਦਾ ਅਰਥ ਹੈ ਨੂੰ, ਮਤੀ ਕਹਿੰਦੇ ਮਤਾਂ। ਹੋਰਾਂ ਨੂੰ ਤਾਂ ਮਤਾਂ ਦੇ ਕਰਕੇ ਇਸ ਸੰਸਾਰ ਤੋਂ ਚਲੇ ਗਏ ਤੇ ਚਲੇ ਜਾ ਰਹੇ ਨੇ। ਪਰ ਆਪ ਕੀ ਕਰਦੇ? ਮਾਇਆ ਦਾ ਵਪਾਰ। ਆਪਣਾ ਕਾਰੋਬਾਰ ਸਾਰਾ ਉਹਨਾਂ ਦਾ ਮਾਇਆ ਦੇ ਸਿਰ ਤੇ ਖੜਾ ਹੈ, ਮਾਇਆ ਦੇ ਕਾਰਨ ਹੀ ਹੈ। ਸੋ ਪਾਵਨ ਬਾਣੀ ਅੰਦਰ ਥਾਵਾਂ ਥਾਵਾਂ ਤੇ ਇਸ ਵਿਚਾਰ ਨੂੰ ਸਾਹਿਬਾਂ ਨੇ ਪ੍ਰਗਟ ਕੀਤਾ। ਰੋਟੀਆਂ ਕਾਰਨ ਪੂਰੇ ਤਾਲ। ਸੋ ਆਪ ਤਾਂ ਮਾਇਆ ਦੇ ਵਪਾਰੀ ਬਣੇ ਹਨ, ਪਰ ਹੋਰਨਾਂ ਨੂੰ ਧਰਮ ਦੀਆਂ ਗੱਲਾਂ ਦੀਆਂ ਮੱਤਾਂ ਦਿੰਦੇ ਹਨ, ਹੋਰਨਾਂ ਨੂੰ ਸਿੱਖਿਆ ਦਿੰਦੇ ਨੇ, ਭਾਈ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰਨਾ ਚਾਹੀਦਾ। ਤੇ ਆਪ ਆਪਣੀ ਸੁਰਤ ਜਿਹੜੀ ਮਾਇਆ ਵਿੱਚ ਹੈ। ਇਹੋ ਜਿਹੇ ਇੱਕ ਪੰਡਤ ਜਿਹਨੂੰ ਕਲਯੁਗੀ ਪਾਂਡਾ ਲਿਖਿਆ ਇਤਿਹਾਸ ਵਿੱਚ, ਉਹ ਲੋਕਾਂ ਨੂੰ ਲੋਕ ਪਰਲੋਕ ਦੀਆਂ ਗੱਲਾਂ ਦੱਸ ਰਿਹਾ ਸੀ। ਤੇ ਸਾਹਿਬਾਂ ਨੇ ਭਾਈ ਸਾਹਿਬ, ਭਾਈ ਮਰਦਾਨਾ ਜਿਵੇਂ ਇਸ਼ਾਰਾ ਕੀਤਾ ਤਾਂ ਪੈਸੇ ਵਾਲਾ ਲੋਕਾਂ ਦੇ ਪਿੱਛੇ ਰੱਖ ਦਿੱਤਾ। ਤੇ ਜਿਹੜੇ ਲੋਕਾਂ ਨੂੰ ਲੋਕੀ ਦੀਆਂ ਗੱਲਾਂ ਦੱਸਦਾ ਸੀ ਨਾ, ਉਪਦੇਸ਼ ਦਿੰਦਾ ਸੀ, ਉਹਨਾਂ ਲੋਕਾਂ ਕੋਲ ਪੁੱਛਣ ਲੱਗਾ ਮੇਰਾ ਲੋਟਾ ਕਿੱਥੇ ਹੈ? ਸਾਹਿਬਾਂ ਕਿਹਾ ਫਿਰ ਵੇਖ ਲੈ ਅੱਖਾਂ ਬੰਦ ਕਰਕੇ, ਤੂੰ ਤਾਂ ਦਿਵ ਦੀਤੀ ਦੀਆਂ ਗੱਲਾਂ ਕਰਦਾ ਸੀ, ਵੇਖ ਲੈਣਾ ਸੀ ਤਾਂ ਲੋਟਾ ਕਿੱਥੇ। ਇਹੋ ਜਿਹੇ ਪਖੰਡ ਰਚਾਉਣ ਵਾਲੇ ਗੁਰੂ ਪਾਤਸ਼ਾਹ ਕਹਿੰਦੇ ਹੋਰਨਾਂ ਤਾਂ ਸਮਝਾਉਂਦੇ, ਮੱਤਾਂ ਦਿੰਦੇ ਨੇ, ਪਰ ਆਪਣਾ ਸਾਰਾ ਦਾ ਸਾਰਾ ਵਪਾਰ ਮਾਇਆ ਦਾ ਹੀ ਕਰਦੇ ਹਨ। ਕਥਨੀ ਝੂਠੀ ਜਗ ਭਵੈ, ਰਹਿਣੀ ਸ਼ਬਦ ਸੁਸਾਰ। ਉਹਨਾਂ ਦੀ ਕਥਨੀ ਜਿਹੜੀ ਨਾ ਝੂਠੀ ਹੈ। ਕਹਿਣੀ ਤੇ ਕਥਨੀ ਦੋ ਚੀਜ਼ਾਂ ਹੁੰਦੀਆਂ ਹਨ। ਕਹਿਣੀ ਦਾ ਅਰਥ ਹੁੰਦਾ ਜੋ ਅਸੀਂ ਕਹਿੰਦੇ, ਕਥਨੀ ਜੀਵਨ ਦੀ ਇੱਕੋ ਜੀਵਨ ਜਾਚ ਵਿਚਾਰਧਾਰਾ ਜਿਸ ਅਨੁਸਾਰ ਜੀਵਨ ਜਿਉਇਆ ਜਾਂਦਾ ਹੈ। ਕਹਿਣੀ ਤੇ ਕਥਨੀ ਦਾ ਕੋਈ ਗੁਰਮੁਖ ਹੀ ਪੂਰਾ ਹੋ ਸਕਦਾ, ਨਹੀਂ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ 'ਚ ਜ਼ਿਕਰ ਕੀਤਾ ਹੈ, ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਮਨਮੁਖਾਂ ਕੋਲ ਕੇਵਲ ਗੱਲਾਂ ਹਨ ਮਾਇਆ ਦੀਆਂ, ਧਰਮ ਦੀਆਂ, ਪਰ ਉਹਨਾਂ ਦੀ ਰਹਿਤ ਮਰਿਆਦਾ ਕੋਈ ਨਹੀਂ ਹੈ।
ਤੇ ਸੋ ਕਥਨੀ ਝੂਠੀ, ਉਹਨਾਂ ਦੀ ਕਥਨ ਕਰਨ ਦੀ ਜਿਹੜੀ ਜੁਗਤ ਪੁਗਤ ਹੈ ਉਹ ਵੀ ਝੂਠੀ ਹੈ। ਕਿਸੇ ਬਾਰੇ ਕੋਈ ਕਥਨ ਕਰਨੇ ਨੂੰ ਕਥਨੀ ਕਹਿੰਦੇ ਨੇ। ਕਥਨੀ ਨਾਮ ਜੀਵਨ ਦੀ ਰਹੁ ਰੀਤੀ ਦਾ ਵੀ ਹੈ। ਕਥਨੀ ਝੂਠੀ ਜਗ ਭਵੇ, ਜਗ ਵਿੱਚ ਮਾਇਆ ਦੀ ਖਾਤਰ ਭੌਂਦੇ ਫਿਰਦੇ ਭਟਕਦੇ ਨੇ। ਰਹਿਣੀ ਸ਼ਬਦ ਸੋ ਸਾਰ, ਅਸਲੀ ਰਹਿਣੀ ਕਿਹੜੀ ਹੈ? ਸ਼ਬਦ ਸੋ ਸਾਰ, ਸਾਰ ਦਾ ਅਰਥ ਹੈ ਸਿਰ, ਜਿਹੜੀ ਸ਼ਬਦ ਦੇ ਦੁਆਰਾ ਉਪਦੇਸ਼ ਦੇ ਦੁਆਰਾ ਰਹਿਣੀ ਹੈ। ਰਹਿਣੀ ਦਾ ਅਰਥ ਹੈ ਰਹਿਤ ਮਰਿਆਦਾ, ਜੀਵਨ ਦਾ ਨਿਯਮ, ਜੀਵਨ ਦਾ ਆਚਰਨ। ਸੋ ਸਾਹਿਬ ਕਹਿੰਦੇ ਸੰਸਾਰ ਦੇ ਅੰਦਰ ਬਹੁਤ ਸਾਰੇ ਪੰਡਾ ਬੁੱਧੀ ਵਾਲੇ ਲੋਕ ਕੇਵਲ ਕਥਨੀ ਕਰਦੇ, ਗੱਲਾਂ ਕਰਦੇ, ਉਹਨਾਂ ਦੀ ਕਥਨੀ ਝੂਠੀ, ਜਗ ਵਿੱਚ ਕੇਵਲ ਮਾਇਆ ਦੀ ਖਾਤਰ ਭਰਮ ਦੇ ਭਟਕਦੇ ਨੇ। ਗੁਰਮੁਖਾਂ ਦੀ ਰਹਿਣੀ ਜਿਹੜੀ ਸ੍ਰੇਸ਼ਟ ਰਹਿਣੀ, ਕਿਉਂਕਿ ਉਹ ਸ਼ਬਦ ਦੇ ਆਸਰੇ ਹੈ। ਰਹਿਣੀ ਸ਼ਬਦ ਸੋ ਸਾਰ, ਜੇਕਰ ਕੋਈ ਉੱਤਮ ਰਹਿਣੀ ਬਹਿਣੀ ਪ੍ਰਾਪਤ ਕਰਨੀ ਚਾਹੁੰਦਾ, ਸਾਹਿਬ ਕਹਿੰਦੇ ਸ਼ਬਦ ਦੀ ਕਮਾਈ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਸ੍ਰੇਸ਼ਟ ਰਹਿਣੀ ਉਸ ਨੂੰ ਸ਼ਬਦ ਦੇ ਸਿਧਾਂਤ ਦੁਆਰਾ, ਸ਼ਬਦ ਦੀ ਵਿਚਾਰ ਧਾਰਾ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਕਿਤੇ ਪੰਡਤ ਜੋਤ ਕੀ ਵੇਦਾ ਕਰ ਵਿਚਾਰ, ਕਹਿੰਦੇ ਗਏ ਕਿੰਨੇ ਕੁ ਜਾਣੇ, ਬਹੁਤ ਬਹੁਤ ਜ਼ਿਆਦੇ ਪੰਡਤ ਲੋਕ, ਜੋਤਕੀ ਕਹਿੰਦੇ ਜਿਹੜੇ ਜੋਤਿਸ਼ ਦੇ ਧਾਰਨੀ ਨੇ। ਦੋ ਤਰ੍ਹਾਂ ਦੀ ਵਿਦਿਆ ਹਿੰਦੁਸਤਾਨ ਵਿੱਚ ਜੋਤਿਸ਼ੀ ਚੱਲਦੀ ਹੈ, ਇੱਕ ਗਣਿਤ ਤੇ ਇੱਕ ਫਲਕ। ਗਣਿਤ ਵਾਲੇ ਗ੍ਰਹਿ ਨਛੱਤਰਾਂ ਦਾ ਹਿਸਾਬ ਕਿਤਾਬ ਲਾਉਂਦੇ ਨੇ ਤੇ ਫਲਕ ਵਾਲੇ ਰੇਖਾ ਵੇਖਦੇ ਨੇ। ਉਹ ਹੱਥਾਂ ਦੀਆਂ ਲਕੀਰਾਂ ਵੇਖ ਕਰਕੇ ਫਿਰ ਦੱਸਦੇ ਨੇ। ਗ੍ਰਹਿ ਨਛੱਤਰਾਂ ਦਾ ਵਿਚਾਰ ਕਰਨ ਵਾਲੇ ਜਿਹੜੇ ਜੋਤਕੀ ਲੋਕ ਹਨ। ਵੇਦਾਂ ਕਰੇ ਵਿਚਾਰ ਤੇ ਪੰਡਤ ਲੋਕ ਜਿਹੜੇ ਵੇਦਾਂ ਦੀ ਵਿਚਾਰ ਕਰਨ ਵਾਲੇ ਹਨ। ਬਾਤ ਦੇ ਰੂਪ ਸਲਾਹ ਨੇ ਬਾਦੇ ਆਵਣ ਜਾਣ, ਉਹ ਆਪਣੀ ਸਲਾਹਤਾ ਕਰੀ ਜਾਂਦੇ ਜੀ, ਜਿਹੜੇ ਅਰਥ ਮੈਂ ਜਾਣਦਾ ਨਾ ਹੋਰ ਕੋਈ ਨਹੀਂ ਜਾਣਦਾ, ਜਿਹੜਾ ਤਰੀਕਾ ਮੈਨੂੰ ਪੜ੍ਹਦਾ ਹੋਰ ਕਿਸੇ ਨੂੰ ਨਹੀਂ। ਉਹ ਵਾਦ ਵਿਰੋਧ, ਵਾਦ ਦਾ ਅਰਥ ਹੁੰਦਾ ਝਗੜਾ, ਵਿਰੋਧ ਦਾ ਅਰਥ ਹੈ ਵਿਰੋਧਾਭਾਸ, ਕਿਸੇ ਦੇ ਨਾਲ ਵਿਰੋਧ ਪੈਦਾ ਕਰਨਾ, ਬਹਿਸ ਮੁਹਾਸਾ ਕਰਨਾ। ਆਪਣੇ ਆਪ ਨੂੰ ਸਲਾਹੁੰਦੇ ਆਪਣੀ ਵਡਿਆਈ ਕਰਦੇ ਨੇ। ਇਹੋ ਜਿਹੇ ਆਪਣੀ ਵਡਿਆਈ ਕਰਨ ਵਾਲੇ ਵਾਦੇ ਆਮਨ ਜਾਨ, ਵਾਦੇ ਹੁੰਦਾ ਝਗੜਿਆਂ ਵਿੱਚ ਪੈ ਕੇ ਆਮਨ ਜਨਮ ਲੈ ਕੇ ਆਉਂਦੇ ਨੇ, ਜਾਨ ਮਰ ਕਰਕੇ ਨਿਸਫਲ ਜਨਮ ਗਵਾ ਕਰਕੇ ਤੁਰ ਜਾਂਦੇ ਨੇ। ਜੇਕਰ ਕੋਲ ਵਿਦਿਆ ਆਈ ਸੀ ਤਾਂ ਸਾਹਿਬ ਕਹਿੰਦੇ ਵਿਦਿਆ ਵਿਚਾਰੀ ਪਰ ਉਪਕਾਰ ਕਰਨਾ ਚਾਹੀਦਾ ਸੀ। ਗੁਰ ਪ੍ਰਸਾਦੀ ਵਿਦਿਆ ਵਿਚਾਰੇ ਪੜ ਪਾਵੇ ਮਾਨ, ਪਰ ਵਿਦਿਆ ਹਾਸਲ ਕਰਕੇ ਵਾਦ ਵਿਵਾਦ ਕਰਨ ਲੱਗ ਪਏ। ਤੇ ਸਾਹਿਬ ਕਹਿੰਦੇ ਵਾਦ ਵਿਵਾਦ ਕਾਹੂ ਸਿਉ ਨ ਕੀਜੈ, ਕੇਵਲ ਰਾਮ ਰਸਾਇਣ ਪੀਜੈ। ਵਾਦ ਵਿਵਾਦ ਵਿੱਚ ਨਹੀਂ ਪੈਣਾ, ਪਰੰਤੂ ਪੰਡਤ ਵਿਦਵਾਨ ਲੋਕ ਆਪਣੀ ਸਿਫਤ ਕਰਨ ਵਾਸਤੇ ਹੋਰਨਾਂ ਦਾ ਵਿਰੋਧ ਕਰਦੇ ਹਨ। ਤੇ ਵਾਦੇ ਦਾ ਅਰਥ ਹੁੰਦਾ ਵਿੱਚ ਪੈ ਜਾਣਾ, ਵਾਦੇ ਦਾ ਅਰਥ ਹੁੰਦਾ ਝਗੜਾ। ਕਲਹਿ ਬੁਰੀ ਸੰਸਾਰ ਵਾਦੇ ਖੱਪੀਐ। ਸੰਸਾਰ ਜਿਹੜੀ ਕਲਹਿ ਹੈ ਨਾ, ਬੜੀ ਭਾਰੀ ਭਿਆਨਕ, ਤੇ ਇਹਦੇ ਵਾਦੇ ਵਿੱਚ ਪੈ ਕੇ ਖੱਪ ਜਾਈਦਾ। ਵਾਦੇ ਦਾ ਅਰਥ ਹੈ ਝਗੜਾ ਕਰਕੇ ਬੰਦਾ ਖੱਪ ਜਾਂਦਾ ਹੈ। ਸੋ ਇਹਨਾਂ ਵਾਦਿਆਂ ਝਗੜਿਆਂ ਬਹਿਸਾਂ ਮੁਹਾਸਿਆਂ ਦੇ ਵਿੱਚ ਹੀ ਆਉਣਾ ਤੇ ਜਾਣਾ ਲੱਗਾ ਰਹਿੰਦਾ ਹੈ। ਬਿਨ ਗੁਰ ਕਰਮ ਨਾ ਛੁੱਟ ਸੀ, ਕਹਿ ਸੁਣ ਆਪ ਬਖਾਣ। ਬਿਨ ਗੁਰ ਕਰਮ ਇੱਥੇ ਫਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਬਖਸ਼ਿਸ਼। ਜੇਕਰ ਇਹੀ ਸ਼ਬਦ ਸੰਸਕ੍ਰਿਤ ਵਿੱਚ ਹੋਵੇ ਤੇ ਸੰਸਕ੍ਰਿਤ ਕਰਮ ਦਾ ਅਰਥ ਕੰਮ ਹੁੰਦਾ ਹੈ, ਜੋ ਕੰਮ ਅਸੀਂ ਕਰਦੇ ਹਾਂ। ਬਿਨ ਗੁਰ ਕਰਮ, ਬਿਨਾ ਸਤਿਗੁਰੂ ਦੀ ਬਖਸ਼ਿਸ਼ ਤੋਂ ਨਾ ਛੁੱਟ ਸੀ। ਇਸ ਜੀਵ ਦਾ ਛੁਟਕਾਰਾ ਨਹੀਂ ਹੋ ਸਕਦਾ, ਜੀਵ ਬੰਧਨਾਂ ਤੋਂ ਨਹੀਂ ਛੁੱਟ ਸਕਦਾ। ਕਹਿਣ ਕਰਕੇ ਸੁਣ ਕਰਕੇ ਤੇ ਆ ਕੇ ਵਖਾਣ ਦਾ ਵਿਖਿਆਨ ਕਰਨਾ, ਪ੍ਰਸੰਗਾਂ ਨੂੰ ਵਾਚਣਾ, ਫਿਰ ਹੋਰਨਾਂ ਨੂੰ ਸੁਣਾਉਣਾ। ਸੋ ਇਸ ਤਰ੍ਹਾਂ ਕਹਿਣ ਸੁਣ ਦੇ ਨਾਲ ਜ਼ਿੰਦਗੀ ਦੀ ਬਾਜੀ ਜਿੱਤੀ ਨਹੀਂ ਜਾ ਸਕਦੀ, ਬੰਧਨਾਂ ਤੋਂ ਆਜ਼ਾਦ ਨਹੀਂ ਹੋਇਆ ਜਾ ਸਕਦਾ। ਬਿਨਾਂ ਸਤਿਗੁਰੂ ਜੀ ਦੀ ਬਖਸ਼ਿਸ਼ ਤੋਂ ਜੀਵਨ ਦੇ ਬੰਧਨ ਨਹੀਂ ਟੁੱਟਦੇ। ਸਭ ਗੁਣਵੰਤੀ ਆਖੀਐ, ਮੈਂ ਗੁਣ ਨਾਹੀ ਕੋਇ। ਗੁਰਮੁਖ ਜੀ ਇਸਤਰੀ ਇਸ ਤਰ੍ਹਾਂ ਬੇਨਤੀ ਕਰਦੀ ਹੈ, ਸਭ ਗੁਣਵੰਤੀ ਆਖੀਏ, ਹੇ ਪ੍ਰਮਾਤਮਾ ਅਕਾਲ ਪੁਰਖ ਪਰਮੇਸ਼ਰ ਜੀਓ, ਤੇਰੀਆਂ ਸਾਰੀਆਂ ਸਖੀਆਂ ਬੜੀਆਂ ਗੁਣਾਂ ਵਾਲੀਆਂ, ਗੁਣਾਂ ਦੀਆਂ ਧਾਰਨੀ ਹਨ। ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਏ।
मेरे विच तां एक भी चंगा गुण नहीं है। कबीर सब ते हम बुरे हम, तज भलो सब कोए, मैनू छड्ड के मैं ही माड़ा बाकी सारे चंगे। सब गुणवंती आखिए, गुणवंती का अर्थ है गुणा वालियां चंगियां उत्तम श्रेष्ठ। सारियां ही सखियां जड़ियां गुण वालियां आखियां जांदियां कहियां जांदियां ने। मैं गुण ना ही कोए, पर मेरे विच कोई भी शुभ गुण दैवी गुण चंगा गुण नहीं है। इस तरह गुरमुख सखी सहेली महात्मा रूपी सखी नूं अथवा परमेश्वर नूं बेनती करती है। हर वर नार सुहावणी, मैं भावै प्रभ सोए। केड़ी नार सुहावणी है साहब कहते, जिहड़ी हर वार जिन्हें हरि वर नूं प्राप्त कर लिया, जिहदा हरि वर बन गया ना, हरि परमात्मा परमेश्वर भारत दा पति, जिन्हें हरि नूं वर लिया, हरि दी नार सुहावणी, वो नार इस्त्री सुहावनी शोभा वाली सुंदर है। ते मेरे मन में भी इच्छा उठती है कि मैं भी परमात्मा नूं भा जावां। तिन्ना देख मन चाओ ठंडा, हूँ कद पाई गुण दासा, मैं भावै प्रभ सोए। मेरे मन में भी तरला भावना है कि मैं परमात्मा नूं भा जावां। मैं भावै प्रभ सोए, ओ सोए दर्द हुंदा ओ उस परमात्मा वाहिगुरू नूं मैं भी भा जावां। अथवा जदों उस अकाल पुरख वाहिगुरू नूं मैं भा जावांगी ना, फिर साहब कहते हर वर नार सुहावनी, हरि अकाल पुरख वाहिगुरू मेरा पति बन के मैनू जीव रूप इस्त्री नूं सुहावनी बना देवेगा, सोहनी बना देवेगा। नानक शब्द मिलावड़ा, नामे छूड़ा होए। ਇਹ ਮਿਲਾਪ ਕਿਵੇਂ ਹੁੰਦਾ? ਅੰਤਲੀ ਪੰਕਤੀ ਵਿੱਚ ਸਾਹਿਬ ਫਰਮਾ ਰਹੇ ਨੇ, ਸ਼ਬਦ ਮਿਲਾਵੜਾ। ਮਿਲਾਵੜਾ ਦਾ ਅਰਥ ਹੈ ਮਿਲਾਪ, ਭੇਦ, ਮੇਲ ਗੇਲ। शब्द मिलावड़ा, गुरु का शब्द ही मिलावड़ा मिलाप करवाने वाला है। गुरु के उपदेश द्वारा सिक्ख्या द्वारा ही उस ब्रह्म के नाल मेल हुंदा है। ते जदों उस नाल मेल हो गया, साहब कहते ना विछोड़ा होए, फिर कभी किसी तरह का विछोड़ा नहीं होता। अकाल पुरख वाहिगुरू परमेश्वर का मिलाप उसनूं सदैवी प्राप्त हो जाता। विजोगा करके विछड़े सी, विजोग मिल विछड़िया संजोगी मेल। विछोड़े का दुख बाणी अंदर बड़ा बड़ा दुख वर्णन किया। सारे दुखों तो बड़ा विछोड़े का दुख है। ताइए गुरु अंगद देव पातशाह का पहला ही वचन है गुरु ग्रंथ साहिब के अंदर, जिस प्यारे से देखो तैसे आके मर चलिए, त्रिग जीवन संसार ताके पाछे जीवन। ये विछोड़े का सद है। विछोड़े का दुख जिन्होंने अनुभव किया उन्होंने पता है। साहब कहते विछोड़े का दुख उदों दूर होता है जदों गुरु का शब्द परमात्मा नाल मिलाप करवा देता है। फिर वो परमात्मा के नालों कभी भी किसी तरह का कोई विछोड़ा नहीं होता, फिर सदैवी मिलाप हो जाता है। ये पावन उपदेश साहिबां ने जीव रूप इस्त्री नूं और मर्द स्वरूप परमात्मा नूं वर्णन करदियां होइयां बख्शिश कीता है कि जीव रूप इस्त्री है, पति परमात्मा काल पुरख वाहिगुरू इसका खसम है। जेकर जीव रूप इस्त्री के जीवन च झूठ ही झूठ है, मूँह विच भी झूठ है, तन भी झूठा है, ते अजिही जीव इस्त्री भावें जिथे मर्जी इशनान कर लवे, साहब कहते उसका जीवन सुचा नहीं हो सकता। बिन अब शब्द न मांझिए, साचे ते सच होए। गुरु शब्द तो बिना हिरदे का भांडा नहीं मांझिया जा सकता। हिरदे के भांडे की कालख नहीं उतर सकती। जदों कोई गुरु के शब्द को कमाता है, फिर ही सदैवी परमात्मा के नाल अभेदता, लीनता, मिलाप वाली अवस्था प्राप्त होती है। साहब जी कृपा करन, साहिबां दा पावन बख्शिया उपदेश साडे हिरदे मन बुद्ध चित्त वस जावे। जीवन काल च विचरदियां सतगुरु जी का उपदेश करवा सकीए। साहिबां जी की पावन बाणी आगाह बोध है, तुष्टि मत अनुसार विचार करदियां होइयां बेअंत भुलां चुकां दी माफी सतगुरु गुरु की संगत बख्शनहार जी बख्श लेना। अगे वास्ते समर्थ बख्शनी कृपा करनी। अंतरियां पंक्तियां पढ़दियां समाप्ति है जी। हर वर नार सुहावनी, मैं भावै प्रभ सोए। नानक शब्द मिलावड़ा, नामे छूड़ा होए। वाहिगुरू जी का खालसा
ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ